Good morning, students. Today we are going to discuss about the topic capacity of parties. Capacity of parties basically ਜਦੋਂ ਅਸੀਂ ਕੋਈ ਵੀ ਕੰਟਰੈਕਟ ਕਰਦੇ ਹਾਂ ਤਾਂ ਉਹ ਕੰਟਰੈਕਟ ਦੋ ਪਾਰਟੀਜ਼ ਦੇ ਵਿੱਚ ਹੁੰਦਾ ਹੈ ਤੇ ਇੱਕ ਬਹੁਤ ਲੀਗਲ ਟਰਮ ਯੂਜ਼ ਹੁੰਦੀ ਹੈ ਕਿਉਂਕਿ ਇਹ ਲੀਗਲੀ ਇਨਫੋਰਸੇਬਲ ਬਾਈ ਲਾਅ ਹੁੰਦਾ ਹੈ। ਤਾਂ ਇਹਦੇ ਵਿੱਚ ਕੀ ਹੁੰਦਾ ਕਿ ਕੋਈ ਵੀ ਜਿਹੜਾ ਕੰਟਰੈਕਟ ਹੈ ਉਹ 'ਚ ਕਿਹੜੀਆਂ ਪਾਰਟੀਜ਼ ਹੈ ਜਿਹੜੀਆਂ ਕੰਪੀਟੈਂਟ ਨੇ ਕੰਟਰੈਕਟ ਕਰਨ ਦੇ ਲਈ। ਮੀਨਸ ਕੁਛ ਪਾਰਟੀਜ਼ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਕੀ ਕਹਿੰਦੇ ਹਾਂ ਅਕੋਰਡਿੰਗ ਟੂ ਦੇਅਰ ਏਜ ਜਾਂ ਅਕੋਰਡਿੰਗ ਟੂ ਦੇਅਰ ਕੰਡੀਸ਼ਨ ਅਸੀਂ ਕਹਿ ਨਹੀਂ ਸਕਦੇ ਵੀ ਅਗਰ ਇਹਨਾਂ ਦੇ ਵਿੱਚ ਕੋਈ ਕੰਟਰੈਕਟ ਹੁੰਦਾ ਜਾਂ ਉਹ ਪਰਸਨ ਨਾਲ ਅਸੀਂ ਕੋਈ ਕੰਟਰੈਕਟ ਕਰਦੇ ਹਾਂ ਤਾਂ ਉਹ ਕੰਟਰੈਕਟ ਵੈਲਿਡ ਨਹੀਂ ਮੰਨਿਆ ਜਾਂਦਾ। ਉਸ ਦੇ ਅਗੇਂਸਟ ਅਗਰ ਕੋਈ ਡੈਮੇਜ ਜਾਂ ਕੋਈ ਵੀ ਨੁਕਸਾਨ ਹੁੰਦਾ ਤਾਂ ਦੂਸਰੀ ਪਾਰਟੀ ਉਸ ਦੇ ਅਗੇਂਸਟ ਕੋਈ ਕੇਸ ਨਹੀਂ ਕਰ ਸਕਦੀ। ਤਾਂ ਕਿਹੜੀਆਂ ਪਾਰਟੀਜ਼ ਨੇ ਜਿਹੜੀਆਂ ਇਨਕੰਪੀਟੈਂਟ ਹੁੰਦੀਆਂ ਨੇ ਕੰਟਰੈਕਟ ਕਰਨ ਦੇ ਲਈ। ਤਾਂ ਇਨਕੰਪੀਟੈਂਟ ਦੇ ਵਿੱਚ ਆ ਜਾਂਦੇ ਆ 3 ਕੈਟੇਗਰੀਜ਼ ਆਉਂਦੀਆਂ ਨੇ ਕੈਪੈਸਿਟੀ ਦੇ ਅਕੋਰਡਿੰਗ। ਫਰਸਟ ਇਜ਼ ਮਾਈਨਰ, ਸੈਕਿੰਡ ਇਜ਼ ਪਰਸਨ ਆਫ ਅਨਸਾਊਂਡਡ ਮਾਈਂਡ, ਥਰਡ ਇਜ਼ ਪਰਸਨ ਡਿਸਕੁਆਲੀਫਾਈਡ ਬਾਏ ਲਾਅ। ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਅਬਾਊਟ ਮਾਈਨਰ। ਮਾਈਨਰ ਦੇ ਵਿੱਚ ਕੀ ਹੈ ਕਿ ਇੰਡੀਅਨ ਮੈਜੋਰਿਟੀ ਐਕਟ 1875 ਦੇ ਅਕੋਰਡਿੰਗ ਮਾਈਨਰ ਦਾ ਮਤਲਬ ਕੀ ਹੈ ਕਿ ਦ ਪਰਸਨ ਹੂ ਇਜ਼ ਨਾਟ ਕੰਪਲੀਟਡ ਹਿਜ਼ 18 ਈਅਰਸ, ਜਿਹਦੀ ਏਜ ਆਫ 18 ਈਅਰਸ। ਜਿਹੜੇ ਕੋਈ ਵੀ ਪਰਸਨ ਹੈ ਜਿਹਦੀ ਉਮਰ 18 ਸਾਲ ਤੋਂ ਘੱਟ ਹੈ ਉਸ ਪਰਸਨ ਨੂੰ ਅਸੀਂ ਮਾਈਨਰ ਕਹਾਂਗੇ। ਅਤੇ ਅਗਰ ਮਾਈਨਰ ਕੋਈ ਵੀ ਕੰਟਰੈਕਟ ਕਰਦਾ ਹੈ ਜਾਂ ਮਾਈਨਰ ਨਾਲ ਕੋਈ ਵੀ ਕੰਟਰੈਕਟ ਹੁੰਦਾ ਹੈ ਤਾਂ ਉਹ ਕੰਟਰੈਕਟ ਵੈਲਿਡ ਨਹੀਂ ਮੰਨਿਆ ਜਾਂਦਾ। ਕੁਛ ਐਸੇ ਕੇਸਿਸ ਹੈ ਜਿਨ੍ਹਾਂ ਵਿੱਚ ਜਿਹੜੀ ਇਹ ਏਜ ਹੈ ਇਹ ਏਜ 21 ਈਅਰਸ ਤੱਕ ਚਲੀ ਜਾਂਦੀ ਹੈ, ਜਿਹੜੇ ਕਿ ਆਪਾਂ ਅੱਗੇ ਫਰਦਰ ਟੌਪਿਕਸ ਕਰਾਂਗੇ ਜਿਵੇਂ ਕਿ ਗਾਰਡੀਅਨ ਦੇ ਕੇਸ ਦੇ ਵਿੱਚ। ਠੀਕ ਹੈ, ਤਾਂ ਕੋਈ ਵੀ ਪਰਸਨ ਹੈ ਉਦੋਂ ਤੱਕ ਅਸੀਂ ਉਸਨੂੰ ਮੇਜਰ ਨਹੀਂ ਕਹਾਂਗੇ, ਮੈਜੋਰਿਟੀ ਨਹੀਂ ਕਹਾਂਗੇ ਜਦੋਂ ਤੱਕ ਉਹਦੀ ਏਜ 18 ਤੋਂ ਘੱਟ ਹੋਏਗੀ। ਠੀਕ ਹੈ, ਤਾਂ ਅਗਰ ਕੋਈ ਪਰਸਨ ਜਿਹਦੀ ਉਮਰ 18 ਸਾਲ ਤੋਂ ਘੱਟ ਹੈ ਇਟ ਮੀਨਸ ਉਹ ਪਰਸਨ ਆਪਣੇ ਲਈ ਗੁੱਡ ਜਾਂ ਬੈਡ ਕੀ ਹੈ ਉਹਨੂੰ ਨਹੀਂ ਪਤਾ ਉਸ ਚੀਜ਼ ਦਾ, ਉਹ ਇਨਕੰਪੀਟੈਂਟ ਹੈ ਇਸ ਚੀਜ਼ ਨੂੰ ਲੈ ਕੇ। ਤਾਂ ਇਸ ਕੇਸ ਦੇ ਵਿੱਚ ਜਿਹੜੀ ਵੀ ਉਹਦੇ ਨਾਲ ਕੰਟਰੈਕਟ ਹੋਏਗਾ ਉਹ ਕੰਟਰੈਕਟ ਕੀ ਹੋਏਗਾ, ਵੋਇਡ ਹੋਏਗਾ, ਉਹਨੂੰ ਵੈਲਿਡ ਨਹੀਂ ਮੰਨਿਆ ਜਾਏਗਾ। ਅੱਗੇ ਆਪਣੇ ਕੁਛ ਨੇ ਰੂਲ ਰਿਗਾਰਡਿੰਗ ਮਾਈਨਰਸ ਐਗਰੀਮੈਂਟ। ਅਗਰ ਮਾਈਨਰ ਨਾਲ ਕੋਈ ਵੀ ਕਿਸੇ ਵੀ ਤਰੀਕੇ ਦੇ ਐਗਰੀਮੈਂਟਸ ਹੁੰਦੇ ਹੈ ਤਾਂ ਉਹਦੇ ਕੀ ਰੂਲਸ ਨੇ। ਸਭ ਤੋਂ ਪਹਿਲਾਂ ਤਾਂ ਇਹੀ ਰੂਲ ਹੈ ਕਿ ਜਿਹੜਾ ਵੀ ਮਾਈਨਰ ਨਾਲ ਐਗਰੀਮੈਂਟ ਹੋਏਗਾ ਉਹ ਵੋਇਡ ਹੋਏਗਾ, ਉਹਨੂੰ ਕਿਸੇ ਵੀ ਤਰੀਕੇ ਦੀ ਕੋਈ ਮਾਨਤਾ ਨਹੀਂ ਹੈਗੀ। ਠੀਕ ਹੈ, ਹੁਣ ਅਗਰ ਕੋਈ ਮਾਈਨਰ ਹੈ ਉਸਨੇ ਕੀ ਕੀਤਾ, ਕੋਈ ਮਨੀ ਬੋਰੋ ਕਰ ਲਿੱਤੀ, ਬਾਅਦ ਦੇ ਵਿੱਚ ਉਹ ਮਨੀ ਨਹੀਂ ਦਿੰਦਾ। ਠੀਕ ਹੈ, ਤਾਂ ਜਿਸ ਪਰਸਨ ਤੋਂ ਨੇ ਮਨੀ ਬੋਰੋ ਕੀਤੀ ਆ ਉਹ ਪਰਸਨ ਉਸ 'ਤੇ ਕੇਸ ਨਹੀਂ ਕਰ ਸਕਦਾ ਕਿਉਂਕਿ ਉਹ ਪਰਸਨ ਜਿਹੜਾ ਹੈ ਉਹਦੀ ਏਜ 18 ਸਾਲ ਤੋਂ ਘੱਟ ਹੈ, ਉਸਨੂੰ ਆਪਣੇ ਗੁੱਡ ਬੈਡ ਦਾ ਪਤਾ ਨਹੀਂ ਹੈ ਕਿ ਮੇਰੇ ਲਈ ਕੀ ਬੈਨੀਫਿਟ ਹੈ ਜਾਂ ਮੈਂ ਅਗਰ ਇਹ ਡਿਸੀਜ਼ਨ ਲੈਣਾ ਤਾਂ ਮੈਨੂੰ ਇਹ ਕਿੰਨਾ ਨੁਕਸਾਨ ਹੋ ਸਕਦਾ ਜਾਂ ਕੋਈ ਮੇਰੇ ਲਈ ਇਹ ਡਿਸੀਜ਼ਨ ਮੇਰੇ ਲਈ ਫਾਇਦੇਮੰਦ ਹੈ ਜਾਂ ਨਹੀਂ ਹੈ। ਸੈਕਿੰਡ ਇਹਦੇ ਵਿੱਚ ਪੁਆਇੰਟ ਹੈ ਨੋ ਰੈਟੀਫਿਕੇਸ਼ਨ। ਨੋ ਰੈਟੀਫਿਕੇਸ਼ਨ ਦੇ ਵਿੱਚ ਕੀ ਹੋ ਜਾਏਗਾ ਕਿ ਜਦੋਂ ਤੱਕ ਉਸਦੀ ਏਜ ਮੈਜੋਰਿਟੀ ਨਹੀਂ ਹੁੰਦੀ, ਮਤਲਬ ਜਦੋਂ ਤੱਕ ਉਹ 18 ਸਾਲ ਦੀ ਉਮਰ ਤੱਕ ਨਹੀਂ ਕੰਪਲੀਟ ਕਰਦਾ ਹੈਗਾ ਆਪਣੀ ਏਜ, ਉਦੋਂ ਤੱਕ ਉਹ ਇਨਕੰਪੀਟੈਂਟ ਹੈ, ਉਹਨੂੰ ਕਿਸੇ ਵੀ ਤਰੀਕੇ ਦੀ ਕੋਈ ਅਥੋਰਿਟੀ ਨਹੀਂ ਦਿੱਤੀ ਜਾਂਦੀ। ਨੈਕਸਟ ਹੈ ਕਿ ਜਿਹੜਾ ਮਾਈਨਰ ਹੈ ਉਹ ਬੈਨੀਫਿਸ਼ਰੀ ਹੋ ਸਕਦਾ ਹੈ, ਮਤਲਬ ਉਹ ਬੈਨੀਫਿਟ ਅਪੀਲ ਕਰ ਸਕਦਾ ਹੈ। ਲਾਈਕ ਬਿਲ ਆਫ ਐਕਸਚੇਂਜ ਦੇ ਵਿੱਚ ਤੁਸੀਂ ਉਹਦੇ ਨੇਮ 'ਤੇ ਬਿਲ ਡਰੋ ਕਰ ਸਕਦੇ ਹੋ, ਉਹਦੇ ਨੇਮ ਦੇ ਉੱਤੇ ਚੈੱਕ ਇਸ਼ੂ ਹੋ ਸਕਦਾ ਹੈ, ਉਹਦੇ ਅਕਾਊਂਟ ਦੇ ਵਿੱਚ ਬੈਂਕ ਬੈਲੈਂਸ ਜਮ੍ਹਾਂ ਹੋ ਸਕਦਾ ਹੈ, ਉਸਦੇ ਨੇਮ ਦੇ ਉੱਤੇ ਪ੍ਰੋਪਰਟੀ ਟਰਾਂਸਫਰ ਹੋ ਸਕਦੀ ਹੈ। ਉਹ ਬੈਨੀਫਿਟ ਜ਼ਰੂਰ ਲੈ ਸਕਦਾ ਹੈ ਕਿਸੇ ਕੰਟਰੈਕਟ ਦੇ ਥਰੂ, ਬਟ ਉਹ ਠੀਕ ਹੈ ਉਹਨੂੰ ਬੈਨੀਫਿਟ ਮਿਲ ਸਕਦਾ ਹੈ, ਉਹ ਪ੍ਰੋਮਿਸਰੀ ਹੋ ਸਕਦਾ ਹੈ। ਦੈਨ ਨੈਕਸਟ ਪੁਆਇੰਟ ਇਜ਼ ਨੋ ਐਸਟੋਪਲ ਅਗੇਂਸਟ ਅ ਮਾਈਨਰ। ਇਟ ਮੀਨਸ ਕਿ ਕੋਈ ਵੀ ਪਰਸਨ ਆਪਣੀ ਅਗਰ ਏਜ ਮਿਸ ਰੀਪ੍ਰਜੈਂਟ ਕਰਦਾ ਹੈ, ਠੀਕ ਹੈ, ਦੂਸਰੀ ਪਾਰਟੀ ਨਾਲ ਕੰਟਰੈਕਟ ਕਰਦਾ ਹੈ ਤਾਂ ਉਹ ਕੰਟਰੈਕਟ ਵੈਲਿਡ ਕੰਟਰੈਕਟ ਨਹੀਂ ਹੈ, ਉਹ ਕੰਟਰੈਕਟ ਕਰਨ ਦੇ ਲਈ ਲਾਇਬਲ ਨਹੀਂ ਹੈ। ਮੀਨਸ ਅਗਰ ਕਿਸੇ ਪਰਸਨ ਦੀ ਏਜ ਹੈ ਜਿਹੜੀ 18 ਲੈਸ ਦੈਨ 18 ਈਅਰਸ ਹੈ ਉਹ ਕੀ ਕਹਿੰਦਾ ਨਹੀਂ ਮੇਰੀ ਏਜ ਤਾਂ ਜ਼ਿਆਦਾ ਹੈ, ਪਰ ਉਹ ਇਸ ਤਰੀਕੇ ਨਾਲ ਗਲਤ ਰੀਪ੍ਰਜੈਂਟ ਕਰਕੇ ਮਿਸ ਰੀਪ੍ਰਜੈਂਟ ਕਰਕੇ ਆਪਣੀ ਏਜ ਨੂੰ ਕੰਟਰੈਕਟ ਨਹੀਂ ਕਰ ਸਕਦਾ। ਉਸ ਤੋਂ ਬਾਅਦ ਕੀ ਸੀਗਾ ਨੋ ਇੰਸੋਲਵੈਂਸੀ। ਨੋ ਇੰਸੋਲਵੈਂਸੀ, ਇੰਸੋਲਵੈਂਸੀ ਦਾ ਮਤਲਬ ਕਿ ਇੰਸੋਲਵੈਂਟ ਕਿਹੜਾ ਪਰਸਨ ਹੁੰਦਾ, ਪਰਸਨ ਹੂ ਇਜ਼ ਇਨਕੈਪੇਬਲ ਟੂ ਪੇ ਹਿਸ ਡੈਟ। ਜਿਹੜੇ ਆਪਣੀ ਡੈਟਸ ਨੇ ਆਪਣੀਆਂ ਦੇਣਦਾਰੀਆਂ ਨੇ ਉਹ ਪੇ ਨਹੀਂ ਕਰ ਸਕਦਾ, ਉਸ ਪਰਸਨ ਨੂੰ ਅਸੀਂ ਇਨਸੋਲਵੈਂਟ ਕਹਿ ਸਕਦੇ ਹਾਂ। ਤਾਂ ਜਿਹੜਾ ਵੀ ਮਾਈਨਰ ਹੈ ਉਹ ਕਦੇ ਵੀ ਇਨਸੋਲਵੈਂਟ ਲਾਅ ਵੱਲੋਂ ਡਿਕਲੇਅਰ ਨਹੀਂ ਕੀਤਾ ਜਾ ਸਕਦਾ। ਠੀਕ ਹੈ, ਕਿਉਂਕਿ ਉਹਦੇ ਅਗੇਂਸਟ ਨਾ ਤਾਂ ਕੋਈ ਡੈਟਸ ਨਾ ਡਿਊਜ਼ ਅਸੀਂ ਡਿਊ ਹੀ ਨਹੀਂ ਕਰਦੇ, ਉਹਦੀਆਂ ਪਰਸਨਲ ਪ੍ਰੋਪਰਟੀਜ਼ ਦੇ ਪੇਏਬਲ ਨਹੀਂ ਹੁੰਦੇ ਉਹਦੇ ਜਿਹੜੇ ਡਿਊਜ਼ ਨੇ। ਅਗਰ ਉਹਨੇ ਕੋਈ ਪੈਸਾ ਲਿਆ ਪਹਿਲਾਂ ਤਾਂ ਕੰਟਰੈਕਟ ਵੈਲਿਡ ਨਹੀਂ ਹੈ,
तो अगर वो पर्सन उसकी पर्सनल प्रॉपर्टी के अगेंस्ट स्यू कर दिंदा है भी हाँ इन्नी मेरे तो इन्ना पैसा लिया मेरी पर्सनल प्रॉपर्टी है वो लै लवां, तो नहीं, ये पॉसीबल नहीं है। नैक्सट है पार्टनरशिप। पार्टनरशिप के विच क्या जो माइनर है वो पार्टनर बन सकता है किसी भी कंपनी का। आप एक टर्म यूज़ की है इत्थे कि वो बेनीफिशरी हो सकता है। ये क्या है कि अगर वो पार्टनरशिप फर्म के एज अ पार्टनर नहीं बन सकता बट वो पार्टनरशिप तो बेनीफिट्स जरूर लै सकता है। मतलब अगर कोई पार्टनर है वो नून च वो प्रॉफिट का अगर हिस्सा देना चाहन वो दे सकते हैं, पर वो पार्टनर नहीं बन सकता कॉन्ट्रैक्ट के विच। उस तो बाद की है माइनर एजेंट हो सकता है, ठीक है, किसी बिहार के उत्ते जिवें कोई नैगोशिएबल इंस्ट्रूमेंट है वो की हो सकता एजेंट हो सकता भी वो हत्थ में असी चैक फड़ा दईए भी तू इनू ट्रांसफर करे आ या इनू दे के आ जा। एजेंट हो सकता है बट वो खुद उहदे नाल वो पार्टीज या मेकर या जिहड़ा पेई है वो नहीं हो सकता। दैन इहदे विच असीं की कीता कि माइनर कदे गार्डियन नहीं हो सकता, वो खुद एक एज अ उन्होंने गाइडेंस की जरूरत है। गार्डियन मतलब जो किसी होर परसन की जो प्रॉपर्टीज़ है वो टेक केयर करे, ठीक है, तो वो एज अ गार्डियन एक्ट नहीं कर सकता। नैक्सट माइनर शेयर होल्डर हो सकता है कि माइनर जो कॉन्ट्रैक्ट है भी वो शेयर होल्डर के की आ जाएगा कि कोई कॉन्ट्रैक्ट है वो शेयर होल्डर है बाय मिसटेक वो मैंबर भी नहीं, मैंबर हो सकता कंपनी का, कंपनी के जोड़े ट्रांजैक्शनस ने वो कंपनी के जोड़े शेयर्स ने वो नाम पर ट्रांसफर हो सकते हैं, ठीक है। फॉर एग्जाम्पल कोई पर्सन है उसका बेटा छोटा है, ठीक है, वो जोड़े बच्चे ने वो अपने जोड़े उस बच्चों के नाम के उत्ते शेयर लै सकता है। तो कंपनी के रजिस्टर में की हो जाएगा कि उस बच्चे के नेम के उत्ते शेयर जरूर आ सकते हैं पर वो एज अ मैंबर नहीं बन सकता कंपनी का, ठीक है। मतलब वो कंपनी के जोड़े भी डीलिंग्स ने या जोड़े शेयर्स ने वो ट्रांसफर फुली पेड अप शेयर जोड़े होंगे वो गाइडेंस की जरूरत है। वो गार्डियन नहीं हो सकता, उन्होंने उस जोड़े शेयर्स है वो तो बेनीफिट जरूर रिसीव हो सकता है। दैन टॉर्ट्स एक होंगे कि जोड़ा कि कोई भी रोंगफुल एक्ट होंगे तो माइनर कोई भी जोड़ा रोंगफुल एक्ट करता है, ठीक है, वो अगेंस्ट वो लाइबिलिटीज़ की हो जाएगियाँ, वो जोड़ा रोंगफुल एक्ट है वो अगेंस्ट वो लाइबिलिटी हो जांदियां ने। किस तरीके जिमें कोई पर्सन है जिमें कोई माइनर है उसने की किया कोई प्रॉपर्टी किसी तो बोरो कर ली कि मैनू ये चीज़ दे दे मैं यूज़ करनी है, ठीक है, कोई भी प्रॉपर्टी तुम लगा सकते हो। उसने जिमें एक हॉर्स लै लिता, उन्होंने की किया हॉर्स के उत्ते 2 दिन थोड़े टाइम लिया, उसने अगे फरदर किसी होर नूं दिता कोई गल नहीं तुसी यूज़ तुसी इहदे ते राइड कर लो। हुण वो ड्यूरिंग दैट राइड उस हॉर्स की डैथ हो जाती है तो उनकी की लाइबिलिटी की सी कि उन्हें हॉर्स रिटर्न करना, बट वो असीं ये नहीं कह सकते कि हॉर्स नूं ये लैके गया सी ते मर गया तो उहदा जिहड़ा बेनीफिट है उहदा जिहड़ा नुकसान है वो तुसी वो नुकसान का जिहड़ा कवर अप है वो इस तरह करो। वो लाइबिलिटी की सी कि उन्हें हॉर्स जिहड़ा रिटर्न करना। दैन नैक्सट जिहड़ा पर्सन इनकॉम्पीटेंट हुंदा है कैपेसिटी दे विच आ जांदा अनसाउंडिड माइंड। जिहड़ा पर्सन की है अनसाउंडिड माइंडिड दा है उहदे नाल भी जिहड़ा भी कॉन्ट्रैक्ट किया जाता है वो कॉन्ट्रैक्ट की होएगा वैलिड नहीं मन्निया जाएगा, वो कॉन्ट्रैक्ट वैलिड नहीं मन्निया जाएगा। अनसाउंडिड माइंड का मतलब की हुंदा है कि जिहड़ा पर्सन की है वो अंडरस्टैंडिंग पावर मैंटल पावर जी घट है। फर्स्ट पॉइंट इडियोसी के क्या आ जाएगा भी वो जो ऑर्डनरी मैटर्स है वो ब्रेन की उनकी डेवलपमेंट नहीं हुई, जो नॉर्मल मैटर्स है उन्होंने भी प्रॉपरली अंडरस्टैंड नहीं कर पा रहा या उन्होंने कोई मैंटल डिसीज़ है जिसके अकॉर्डिंग असी मतलब दिमागी तौर पर सही ठीक नहीं है वो पर्सन, या वो की आ जाएगा किसी उसने ऐसी बीमारी है जिसे थोड़े थोड़े टाइम बाद उन्होंने की हो जाता भी कुछ टाइम माइंड सैट है कुछ टाइम नहीं है, तो इस बेसिस के उत्ते भी उस पर्सन का कोई भी कॉन्ट्रैक्ट नहीं किए जा सकते। या कोई पर्सन है जो ड्रग्स लैंदा है तो इट मीनस वो सेंसिस उस टाइम पर काम नहीं कर रहे, तो ड्यूरिंग दैट जिस टाइम के उत्ते उन्हें ड्रग्स ली हुई है उस टाइम पीरियड के उत्ते उहदे कोई कॉन्ट्रैक्ट किया जाता लाइक कोई उन्हें प्रॉपर्टी ट्रांसफर अपने नाम के उत्ते करवा ली किसी ने, तो कहेगा नहीं उस टाइम के मैं अपने सेंसिस नहीं सी, मैं अपने होश में नहीं सी, तो वो जो कॉन्ट्रैक्ट किया जाएगा दैट इज़ वॉइड। तो कोई भी कॉन्ट्रैक्ट होंदा है लीगल टर्म के पर्सन अपने पूरे होशो हवास होना चाहिए जो उहदे नाल कोई कॉन्ट्रैक्ट किया जाता है। थर्ड इहदी कैटेगरी सी पर्सन डिसकुआलीफाइड बाय लॉ, जिसनूं लॉ ने ही कह दिता भी डिसकुआलीफाई करता भी नहीं तू तो कॉन्ट्रैक्ट नहीं कर सकता। जिवें कोई पर्सन इंसॉल्वेंट है जो पहला ही वो इन्नियां देनदारियां उन्होंने कह दिता भी नहीं ये तो सारी जो इंसॉल्वेंट है अपनी डैट्स पे ही नहीं कर सकता, हुण तुसीं दोबारा उसनूं मनी उन्होंने दे के तो कहो मैनू वापस कर, गवर्नमेंट ने तो पहले लॉ ने तो पहले ही कह दिता भी ये तो पे ही नहीं कर सकते, ये कोल प्रॉपर्टी नहीं है देगा कित्थों पैसे, तो उस नाल जिहड़ा कॉन्ट्रैक्ट होएगा दैट विल बी वॉइड।
ਜਾਂ ਜਿਹੜੇ ਐਨੀਮੀਜ਼, ਏਲੀਅਨ ਐਨੀਮੀਜ਼ ਦੇ ਵਿੱਚ ਕੀ ਆ ਜਾਂਦਾ ਕਿ ਜਿਹੜੇ ਇੰਡੀਆ ਦੇ ਸਿਟੀਜ਼ਨਸ ਨੇ, ਠੀਕ ਹੈ, ਤਾਂ ਉਸ ਦੇ ਵਿੱਚ ਜਿਹੜੇ ਇੰਡੀਅਨ ਸਿਟੀਜ਼ਨਸ ਨੇ ਉਹ ਕੁਛ ਐਸੇ ਕੰਟਰੀਜ਼ ਨੇ ਜਿਨ੍ਹਾਂ ਨਾਲ ਸਾਡੇ ਮਤਲਬ ਲਗਾ ਲਓ ਅਗਰ ਰਿਲੇਸ਼ਨਸ ਅੱਛੇ ਨਹੀਂ ਹੈ ਤਾਂ ਉਹਨਾਂ ਨਾਲ ਜਿਹੜੇ ਕੰਟਰੈਕਟ ਹੋਣਗੇ ਉਹ ਕੰਟਰੈਕਟ ਕੀ ਹੋਣਗੇ, ਵੋਇਡ ਹੋਣਗੇ। ਇਹ ਆਪਾਂ ਜਿਹੜਾ ਟਾਈਪਸ ਆਫ ਕੰਟਰੈਕਟ ਹੈ ਉਹਨਾਂ ਵਿੱਚ ਇਹ ਟਰਮ ਕਰ ਚੁੱਕੇ ਹਾਂ। ਦੈਨ ਕਨਵਿਕਟ ਦੇ ਵਿੱਚ ਹੋਏਗਾ ਕੋਈ ਪਰਸਨ ਜਿਹੜਾ ਇਨਪ੍ਰਿਜ਼ਨਮੈਂਟ ਜੇਲ੍ਹ ਕੱਟ ਰਿਹਾ ਹੈ, ਠੀਕ ਹੈ, ਉਸ ਨਾਲ ਅਸੀਂ ਅਗਰ ਕੋਈ ਕੰਟਰੈਕਟ ਕਰਦੇ ਹਾਂ ਦੈਟ ਵਿਲ ਬੀ ਇਨ ਉਹ ਵੋਇਡ ਕੰਟਰੈਕਟ ਮੰਨਿਆ ਜਾਏਗਾ। ਤਾਂ ਇਹ 3 ਪਾਰਟੀ ਸੀ ਕਿ ਕੋਈ ਵੀ ਕੰਟਰੈਕਟ ਅਗਰ ਅਸੀਂ ਕਰਦੇ ਹਾਂ ਤਾਂ ਉਹਦੇ ਲਈ ਪਰਸਨ ਕੀ ਹੋਣਾ ਚਾਹੀਦਾ, ਕੰਪੀਟੈਂਟ ਹੋਣਾ ਚਾਹੀਦਾ ਕੰਟਰੈਕਟ ਕਰਨ ਲਈ। ਕੰਪੀਟੈਂਟ ਹੋਣ ਲਈ ਸਾਨੂੰ ਕੀ ਟਰਮ ਸੀਗੀਆਂ ਕਿ ਪਰਸਨ ਪਹਿਲਾਂ ਤਾਂ ਉਹਦਾ ਕੀ ਹੋਣਾ ਚਾਹੀਦਾ, ਉਹਦੀ ਏਜ 18+ ਹੋਣੀ ਚਾਹੀਦੀ ਹੈ, ਮਤਲਬ ਮੇਜਰ ਹੋਣਾ ਚਾਹੀਦਾ, ਪਰਸਨ ਦਿਮਾਗੀ ਤੌਰ 'ਤੇ ਸਹੀ ਹੋਣਾ ਚਾਹੀਦਾ, ਮਤਲਬ ਸਾਊਂਡਡ ਮਾਈਂਡ 'ਚ ਹੋਣਾ ਚਾਹੀਦਾ, ਅਤੇ ਪਰਸਨ ਨੂੰ ਲਾਅ ਵੱਲੋਂ ਡਿਸਕੁਆਲੀਫਾਈ ਨਹੀਂ ਕੀਤਾ ਹੋਣਾ ਚਾਹੀਦਾ, ਵੀ ਉਹਨੂੰ ਲਾਅ ਵੱਲੋਂ ਉਹਨੂੰ ਪਰਮਿਸ਼ਨ ਹੋਣੀ ਚਾਹੀਦੀ ਵੀ ਤੁਸੀਂ ਕੋਈ ਵੀ ਕੰਟਰੈਕਟ ਕਰ ਸਕਦੇ ਹੋ, ਠੀਕ ਹੈ। these are the terms under capacity of parties. Thank you.